कल वाले टॉपिक तो अगे कंटिन्यू कर रहे हैं। लास्ट ਆਪਾਂ टॉपिक कर रहे सी जेड़ा ठीक है जो अपने को 3 टाइप्स ਦੇ ਆਪਾਂ वर्क डिफाइन ਕੀਤੇ ਸੀਗੇ। ਆਪਾਂ ਗਿਆ ਸੀ वर्क ਦਾ ਫਾਰਮੂਲਾ ਹੈਗਾ fs cos थीटा और ਇਹਦੇ ਬਿਹਾਵ ਦੇ ਉੱਤੇ ਆਪਾਂ ਡਿਫਾਈਨ ਕੀਤਾ ਸੀਗਾ ਆਪਣੇ ਕੋਲ वर्क ਜਿਹੜਾ ਵਾ ਪੋਜ਼ਿਟਿਵ वर्क पॉजिटिव वर्क होएगा और ਇਹਦੇ ਵਾਸਤੇ ਜਿਹੜਾ थीटा ਵਾ ठीक है जी थीटा शुड बी लेस देन 90 डिग्री यानी f ਤੇ s ਇਹਨਾਂ ਦੋਨਾਂ ਦੇ ਅੰਦਰ ਜੇ acute एंगल बनदा होएगा फिर ਸਾਡਾ वर्क ਜਿਹੜਾ ਉਹ ਪੋਜ਼ਿਟਿਵ ਚ ਆਏਗਾ। एग्जांपल ਹੁਣੀ ਆਪਾਂ ਗੱਲ ਕਰਦੇ ਹਾਂ ਦੀ ਇਹਦੇ ਵਿੱਚ एग्जांपल ਮੈਂ ਇੱਕ ਲਿੱਤੀ ਸੀਗੀ ਕਿ ਜਦੋਂ ਇੱਕ ਰੋਲਰ ਨੂੰ ਤੁਸੀਂ ਪੁੱਲ ਕਰਦੇ ਪਏ ਹੋ ਜਦੋਂ ਇੱਕ ਰੋਲਰ ਨੂੰ ਮੈਂ ਪੁੱਲ ਕਰ ਰਿਹਾ ਤੇ ਫੋਰਸ ਮੈਂ ਆ ਇਨਕਲਾਈਨਡ ਲਗਾਉਣਾ ਪਿਆ डिस्प्लेसमेंट हॉरिजॉन्टल ਇਹਦਾ ਮਤਲਬ डिस्प्लेसमेंट ਆ हॉरिजॉन्टल ਆ फोर्स मेरी इनक्लाइंड लगदी पई ते ਇਹਨਾਂ ਦੋ ਦੇ ਅੰਦਰ ਉਦੋਂ एंगल ਜਿਹੜਾ ਵਾ ਹਨਾ ਇਹ ਮੇਰੇ ਕੋਲ एक्यूट एंगल ਆ ਇਸ ਲਈ ਇਸ ਮੂਵਮੈਂਟ ਤੇ ਇਹਦਾ ਵਰਕ ਜਿਹੜਾ ਉਹ ਪੋਜ਼ਿਟਿਵ ਆ। ਸੈਕੰਡ ਐਗਜ਼ਾਮਪਲ ਇਹ ਲੈ ਸਕਦੇ ਹੋ ਜੇ ਇੱਕ ਫਾਰਵਰਡ ਡਾਇਰੈਕਸ਼ਨ ਚ ਬਾਡੀ ਮੂਵ ਕਰਦੀ ਹੋਵੇ ਤਾਂ ਮੈਂ ਉਸੇ ਡਾਇਰੈਕਸ਼ਨ ਚ ਫੋਰਸ ਲਗਾ ਦਾਂ ਤੇ ਉਦੋਂ ਫੋਰਸ ਤੇ ਡਿਸਪਲੇਸਮੈਂਟ ਬੋਥ ਆਰ ਟੇਕਨ ਇਨ ਦਾ ਸੇਮ ਡਾਇਰੈਕਸ਼ਨ। ਇੱਕ ਕਾਰ ਖੜੀ ਸੀ ਉਹਨੂੰ ਮੈਂ ਧੱਕਾ ਮਾਰਦਾ ਪਿਆ ठीक है ਤੇ ਉਦੋਂ ਜਿਹੜੀ ਫੋਰਸ ਹੈ ਤੇ ਡਿਸਪਲੇਸਮੈਂਟ ਬੋਥ ਆਰ ਇਨ ਦਾ ਸੇਮ ਡਾਇਰੈਕਸ਼ਨ ਤੇ ਉਦੋਂ ਵੀ ਵਰਕ ਮੇਰਾ ਪੋਜ਼ਿਟਿਵ ਆ ਉਦੋਂ ਐਂਗਲ 0 ਬਣਿਆ ਵਰਕ ਪੋਜ਼ਿਟਿਵ ਆ ਚੌਕ ਨੂੰ ਮੈਂ ਅਪਵਰਡ ਥਰੋ ਕਰਾਂ ਜਦੋਂ ਇਹਨੂੰ ਮੈਂ ਅਪਵਰਡ ਥਰੋ ਕਰਾਂਗਾ ਤੇ ਅਪਲਾਈਡ ਫੋਰਸ ਵੀ ਉੱਪਰ ਨੂੰ ਲੱਗੀ ਤੇ ਡਿਸਪਲੇਸਮੈਂਟ ਵੀ ਉੱਪਰ ਨੂੰ ਹੋਈ ਤੇ ਇਹਦਾ ਮਤਲਬ ਅਪਲਾਈਡ ਫੋਰਸ ਤੇ ਡਿਸਪਲੇਸਮੈਂਟ ਦੇ ਅੰਦਰ ਐਂਗਲ ਮੇਰੇ ਕੋਲ ਜਿਹੜਾ ਵਾ 0 ਡਿਗਰੀ ਆ ਤੇ ਐਂਗਲ 0 ਡਿਗਰੀ ਕਰਕੇ cos 0 ਮੇਰਾ +1 ਵਾ ਇਸ ਲਈ ਵਰਕ ਮੇਰਾ ਪੋਜ਼ਿਟਿਵ। इसलिए कोई भी वो एग्जांपल जिदे अंदर तुहाडे कोल जिहड़ा एंगल होएगा वो एक्यूट एंगल बन जावे ਅਸੀਂ डिफाइन करदे उस मूवमेंट दे वर्क मेरा पॉजिटिव आएगा। क्या एग्जांपल क्लियर है जो दसदा पिया? यस सर। सेकंड केस लईए ਅਸੀਂ ਕਹਿੰਦੇ जी नेगेटिव वर्क डिफाइन कर दो। देखो ते नेगेटिव वर्क दी सब तो सिंपलेस्ट एग्जांपल है फ्रिक्शनल फोर्स। ਤੁਸੀਂ ਬੋਡੀ ਨੂੰ ਅੱਗੇ ਨੂੰ ਮੂਵ ਕਰਾਣੇ ਪਏ ਹੋ ਠੀਕ ਹੈ ਇੱਕ ਕਾਰ ਮੇਰੀ ਫਾਰਵਰਡ ਡਾਇਰੈਕਸ਼ਨ 'ਚ ਚੱਲਦੀ ਪਈ ਤੇ ਨਾਲ ਨਾਲ ਬ੍ਰੇਕ ਲਗਾ ਰਹੇ ਤੇ ਬ੍ਰੇਕ ਕਰਕੇ ਜਿਹੜੀ ਰਿਟਾਰਡਿੰਗ ਫੋਰਸ ਹੋਏਗੀ ਬ੍ਰੇਕ ਕਰਕੇ ਜਿਹੜੀ ਰਿਟਾਰਡਿੰਗ ਫੋਰਸ ਹੋਏਗੀ ਤੇ ਜਿਹੜੀ ਕਾਰ ਦੀ ਰੁਕਦੇ ਡਿਸਪਲੇਸਮੈਂਟ ਹੋਏਗੀ ਦੇ ਆਰ ਇਨ ਆਪੋਜ਼ਿਟ ਡਾਇਰੈਕਸ਼ਨ। ਰਿਟਾਰਡਿੰਗ ਫੋਰਸ ਬੈਕਵਰਡ ਲੱਗਦੀ ਪਈ ਆ ਠੀਕ ਹੈ ਤੇ ਡਿਸਪਲੇਸਮੈਂਟ ਫਾਰਵਰਡ ਹੁੰਦੀ ਪਈ ਆ ਯਾਨੀ ਇਹ ਦੋ ਚੀਜ਼ਾਂ ਇੱਕ ਦੂਜੇ ਨਾਲ 180 ਡਿਗਰੀ ਐਂਗਲ ਤੇ ਤੇ ਜੇ ਇਹਨਾਂ ਦੇ ਵਿੱਚ ਦਾ ਐਂਗਲ 180 ਡਿਗਰੀ ਹੋਏਗਾ ਯਾਨੀ ਐਂਗਲ ਥੀਟਾ ਦੀ ਵੈਲਿਊ ਮੋਰ ਦੈਨ 90 ਡਿਗਰੀ ਹੋਏਗੀ ਤੇ वर्क मेरा नेगेटिव है। ये मतलब वर्क डन बाय द फ्रिक्शनल फोर्स मैं वर्क डन अगेंस्ट द फ्रिक्शनल नहीं कह रहा वर्क डन बाय द फ्रिक्शनल फोर्स ठीक है ड्यूरिंग स्टॉपिंग अ कार ठीक है जी दैट वर्क इज कॉल्ड एज द कहना जी नेगेटिव वर्क। सेकंड आही चौक ਨੂੰ ਜੇ ਮੈਂ ਉੱਪਰ ਨੂੰ ਦੁਬਾਰਾ ਥਰੋ ਕਰਾਂ ਤੇ ਇਹ ਚ ਅਪਲਾਈਡ ਫੋਰਸ ਨਾਲ ਲੈ ਕੇ ਇਹਦੀ ਥਾਂ ਤੇ ਮੈਂ 에ਅਰ ਦੀ ਫ੍ਰਿਕਸ਼ਨਲ ਫੋਰਸ ਲੈ ਲਵਾਂ ਜਾਂ ਗ੍ਰੈਵਿਟੇਸ਼ਨਲ ਫੋਰਸ ਲੈ ਲਾਂ work done against the gravitational force work done against the gravitational force positive ਆ gravitational force ਥੱਲੇ ਨੂੰ ਲੱਗਣੀ ਆ ਤੇ against the gravitation man force ਉੱਪਰ ਨੂੰ ਇਹਦਾ ਮਤਲਬ ਹੋ ਗਈ ਜਿੱਥੇ ਮੈਂ ਇਹ ਬੋਲਿਆ work done by the applied force ਉੱਥੇ work done against the gravitational force ਵੀ ਕਹਿ ਦੋ ਤਾਂ ਵੀ ਸਾਡਾ work positive ਆ ਕਿਉਂਕਿ ਜਦੋਂ by the applied force ਤਾਂ ਵੀ ਉੱਪਰ ਨੂੰ ਲਾਈ ਜਦੋਂ ਅਗੇਂਸਟ ਦਾ ਗ੍ਰੈਵਿਟੇਸ਼ਨਲ ਫੋਰਸ ਤਾਂ ਵੀ ਉੱਪਰ ਨੂੰ ਲਾਈ ਤੇ ਡਿਸਪਲੇਸਮੈਂਟ ਵੀ ਉੱਪਰ ਨੂੰ ਹੋਈ ਉਹ ਵਰਕ ਪੋਜ਼ਿਟਿਵ ਆ। ਤੇ ਜੇ ਮੈਂ ਇਹ ਕਹਾਂ ਵਰਕ ਡਨ ਬਾਈ ਦਾ ਗ੍ਰੈਵਿਟੇਸ਼ਨਲ ਫੋਰਸ when a body is moving in upward direction work done by the gravitational force when body is moving in upward direction body ਉੱਪਰ ਨੂੰ ਜਾਂਦੀ ਪਈ ਠੀਕ ਹੈ body ਦੀ ਡਿਸਪਲੇਸਮੈਂਟ upward ਹੁੰਦੀ ਪਈ ਤੇ ਗ੍ਰੈਵਿਟੇਸ਼ਨਲ ਫੋਰਸ ਥੱਲੇ ਨੂੰ ਲੱਗਦੀ ਪਈ ਤੇ ਮੇਰਾ ਵਰਕ ਉਦੋਂ ਨੈਗੇਟਿਵ ਆ ठीक है जे मैं ये कहना वर्क डन बाय द ग्रेविटेशनल फोर्स ड्यूरिंग फ्री फॉल ऑफ द बॉडी वर्क डन बाय द ग्रेविटेशनल फोर्स ड्यूरिंग फ्री फॉल ऑफ द बॉडी ते फ्री फॉल वेले डिस्प्लेसमेंट भी थल्ले नु आ ते ग्रेविटेशनल फोर्स भी थल्ले नु आ फिर ए पॉजिटिव ऑफ द एग्जांपल ਤੁਹਾਡੀ वर्डिंग की लिखी आ वो ਤੁਹਾਨੂੰ ਐਸੇ ਚ ਜਸਟੀਫਾਈ ਕਰੇਗੀ ਕਿ ਪੋਜ਼ਿਟਿਵ ਵਰਕ ਬਣਿਆ ਕਿ ਨੈਗੇਟਿਵ ਵਰਕ ਬਣਿਆ। क्या आ गल समझ लगी? यस सर। Yes, sir. Yes, sir. मतलब अपने कोल एसएच पॉजिटिव और नेगेटिव दो टाइप दे वर्क आ गए। थर्ड ਅਸੀਂ डिफाइन कर ਦਿੰਨੇ ਇਸੇ ਵੇ ਨਾ ਜ਼ੀਰੋ वर्क ਤੇ वर्क ਪੁੱਤ ਜ਼ੀਰੋ ਕਦੋਂ ਪੋਸੀਬਲ ਆ ਜੇ ਤੇ ਮੈਂ ਐਂਗਲ ਦੇ ਬੇਸ ਤੇ ਕਹਿਣਾ ਹੋਵੇ ਤੇ ਐਂਗਲ ਦੇ ਬਿਹਾਫ ਤੇ ਅਸੀਂ ਡਿਫਾਈਨ ਕਰ ਦਿੰਦੇ θ 90 ਹੋਣਾ ਚਾਹੀਦਾ
ਜੇ ਥੀਟਾ ਮੇਰੇ ਕੋਲ 90 ਹੋਏਗਾ ਤੇ ਉਦੋਂ ਸਾਡਾ ਵਰਕ ਜਿਹੜਾ ਉਹ 0 ਗਿਣਿਆ ਜਾਣਾ ਕਿਉਂਕਿ cos 90 0 ਆ ਜਾਣਾ। ਕੋਈ ਐਗਜ਼ਾਮਪਲ ਕਹਿੰਦਾ when a body is moving on a circular path, when a body is moving on a circular path, then at any instant ਜਿਹੜੀ ਬੋਡੀ ਦੀ ਮੇਰੇ ਕੋਲ ਐਸ ਸੱਚ ਫੋਰਸ ਤੇ ਡਿਸਪਲੇਸਮੈਂਟ ਆ ਹਨਾ, ਬੋਡੀ ਮੇਰੀ ਇਸ A ਪੁਆਇੰਟ ਤੋਂ ਬੋਡੀ ਮੇਰੀ A ਪੁਆਇੰਟ ਤੋਂ ਸ਼ਿਫਟ ਹੋ ਕੇ ਆ B ਤੇ ਚਲੇ ਜਾਵੇ, ਠੀਕ ਹੈ, ਇਹਦੀ ਡਿਸਪਲੇਸਮੈਂਟ ਅਲੋਂਗ ਦਾ ਸਟ੍ਰੇਟ ਲਾਈਨ ਇਧਰ ਆ ਜਾਏਗੀ, ਠੀਕ ਹੈ, ਤਾਂ ਜਦ ਕਿ ਸੈਂਟਰੀਪੀਟਲ ਫੋਰਸ ਜਿਹੜੀ ਉਹ ਟੁਵਰਡਸ ਦਾ ਸੈਂਟਰ ਹੋਏਗੀ। ਇਹਦਾ ਮਤਲਬ ਜਿਹੜੀ ਫੋਰਸ ਆ ਤੇ ਜਿਹੜੀ ਡਿਸਪਲੇਸਮੈਂਟ ਆ ਇਹ ਦੋਨਾਂ ਦੇ ਦੋਨੋਂ ਇੱਕ ਦੂਜੇ ਤੋਂ 90 ਤੇ ਆ, ਤੇ ਇਹਦਾ ਮਤਲਬ ਇਹ ਹੋ ਗਿਆ ਜੇ ਥੀਟਾ ਮੇਰਾ 90 ਆ ਤੇ ਉਦੋਂ ਮੇਰਾ ਵਰਕ ਜਿਹੜਾ ਉਹ 0 ਹੋਏਗਾ। ਜਾਂ ਅਸੀਂ ਕੀ ਕਹਿ ਦਈਏ ਬੋਡੀ ਦੇ ਅੰਦਰ ਡਿਸਪਲੇਸਮੈਂਟ 0 ਹੋ ਜੇ, ਠੀਕ ਹੈ। ਕਿਸੇ ਵੀ ਇਨਸਟੈਂਟ ਦੀ ਗੱਲ ਛੱਡ ਕੇ ਜੇ ਮੈਂ ਕਹਾਂ ਬੋਡੀ ਨੇ ਇੱਕ ਕੰਪਲੀਟ ਸਰਕਲ ਕਰ ਲਿਆ ਤੇ ਜਦੋਂ ਬੋਡੀ ਨੇ ਇੱਕ ਕੰਪਲੀਟ ਸਰਕਲ ਕੰਪਲੀਟ ਕਰਨਾ ਵਾ ਤੇ ਉਦੋਂ ਮੇਰੀ ਡਿਸਪਲੇਸਮੈਂਟ 0 ਹੋ ਜਾਣੀ, ਤਾਂ ਵੀ ਵਰਕ 0 ਆ ਜਾਏਗਾ। ਇਹਦਾ ਮਤਲਬ ਮੇਰੇ ਕੋਲ ਐਸ ਸੱਚ ਵਰਕ 0 ਕਦੋਂ ਪੋਸੀਬਲ ਆ, ਇਹਦੇ ਆਪਣੇ ਡਿਫਰੈਂਟ ਕੇਸਿਸ ਨੇ। ਇੱਕ ਐਗਜ਼ਾਮਪਲ ਦੇ ਰਿਹਾ, ਠੀਕ ਹੈ ਜੀ। ਐਗਜ਼ਾਮਪਲ ਇਹ ਦੇ ਰਿਹਾ ਕਿ ਜੇ ਮੰਨ ਲਓ ਇੱਕ ਕੁਲੀ ਕਹਿੰਦਾ ਜੀ ਸਮਾਨ ਲੈ ਕੇ ਖੜਾ ਤੁਹਾਡਾ ਪਲੇਟਫਾਰਮ ਦੇ ਉੱਤੇ, ਠੀਕ ਹੈ, ਮੰਨ ਲਓ ਕਿ ਤੁਹਾਡੇ ਚੋਂ ਕਿਸੇ ਨੇ ਜਾਣਾ ਸੀ ਕਿਤੇ ਤੇ ਕੁਲੀ ਸਮਾਨ ਲੈ ਕੇ ਤੁਹਾਡਾ ਪਲੇਟਫਾਰਮ ਦੇ ਉੱਤੇ ਖੜਾ ਵਾ, ਠੀਕ ਹੈ, ਤੇ ਉਸ ਇਨਸਟੈਂਟ ਦੇ ਉੱਤੇ ਜਦੋਂ ਕਿੰਨੀ ਦੇਰ ਤੋਂ ਵਿਚਾਰਾ ਖੜਾ ਸੀਗਾ ਸਮਾਨ ਲੈ ਕੇ, ਜਦੋਂ ਟ੍ਰੇਨ ਆਉਣ ਲੱਗੀ ਤਾਂ ਤੁਸੀਂ ਉਹਨੂੰ ਕਿਹਾ ਜੀ ਲੈ ਮੈਨੂੰ ਸਮਾਨ ਦੇ ਦਿਓ ਮੈਂ ਚੜਾ ਦਿੰਦਾ, ਮੈਂ ਆਪੇ ਚੜਾ ਲੂੰਗਾ, ਠੀਕ ਹੈ, ਉਹ ਕਹਿੰਦਾ ਚਲ ਠੀਕ ਆ ਜੀ, ਠੀਕ ਹੈ, ਤੇ ਉਹਨੇ ਸਮਾਨ ਉਹਨੇ ਤੁਹਾਨੂੰ ਫੜਾ ਦਿੱਤਾ, ਤੁਸੀਂ ਆਪੇ ਚੜਾ ਲਿਆ, ਉਹ ਵਿਚਾਰਾ ਤੁਹਾਡੇ ਤੋਂ ਪੈਸੇ ਮੰਗਣ ਆਇਆ ਕਿ ਵੀ ਮੈਂ ਸਮਾਨ ਤੁਹਾਡਾ ਲੈ ਕੇ ਖੜਾ ਸੀਗਾ ਜੀ, ਘੰਟਾ ਮੈਨੂੰ ਇੰਨਾ ਮੈਂ ਕੰਮ ਕੀਤਾ, ਮੈਨੂੰ ਮੇਰੇ ਪੈਸੇ ਦੇ ਦਿਓ। ਤੁਸੀਂ ਅੱਗੇ ਉਹਨੂੰ ਇਹ ਕਿਹਾ ਕਿ ਵੀ ਤੇਰਾ ਵਰਕ 0 ਆ, ਕਿਉਂ 0 ਕਿਹਾ? Okay. Displacement 90 Displacement नहीं होई। ਡਿਸਪਲੇਸਮੈਂਟ 0 ਆ ਹਨਾ, ਯਾਨੀ ਇੱਕ ਫਿਰ ਮੇਰੇ ਕੋਲ ਮੈਥਡ ਇਹ ਹੋਇਆ ਕਿ ਉਹਦੀ ਡਿਸਪਲੇਸਮੈਂਟ 0 ਹੈ, ਇਸ ਲਈ ਤੁਸੀਂ ਕਿਹਾ ਜੀ ਤੇਰਾ ਵਰਕ 0 ਇਸ ਲਈ ਤੈਨੂੰ ਕੋਈ ਪੈਸਾ ਨਹੀਂ ਦੇਣਾ, ਉਹ ਵਿਚਾਰਾ ਚੁੱਪ ਕਰਕੇ ਚਲਾ ਗਿਆ, ਠੀਕ ਹੈ। 2 ਦਿਨਾਂ ਬਾਅਦ ਤੁਸੀਂ ਵਾਪਸ ਆਏ, ਠੀਕ ਹੈ ਜੀ, ਉਹੀ ਕੁਲੀ ਫੇਰ ਖੜਾ ਸੀਗਾ, ਠੀਕ ਹੈ, ਉਹਨੇ ਕਿਹਾ ਜੀ ਲਿਓ ਮੈਂ ਸਮਾਨ ਲਾਵਾਂ, ਠੀਕ ਹੈ, ਤੁਸੀਂ ਉਹਨੂੰ ਆਵਾਜ਼ ਮਾਰੀ ਕਿ ਸਮਾਨ ਲਾ, ਉਹ ਕਹਿੰਦਾ ਜੀ ਮੈਂ ਨਹੀਂ ਲਾਣਾ, ਤੂੰ ਪੈਸੇ ਨਹੀਂ ਦਿੰਦਾ, ਹਨਾ। ਇਹ ਸਿਰਫ ਕਹਾਣੀ ਬਣਾ ਰਿਹਾ ਤੁਹਾਨੂੰ ਸਮਝਾਉਣ ਲਈ ਬੇਟਾ। ਤੇ ਦੂਜੀ ਵਾਰੀ ਤੁਸੀਂ ਉਹਨੂੰ ਮਨਾ ਲਿਆ ਕਿ ਚੱਲ ਨਹੀਂ ਤੂੰ ਲਾ ਸਮਾਨ ਪੈਸੇ ਦਊਂਗਾ, ਦੂਜੀ ਵਾਰ ਨੇ ਤੁਹਾਡਾ ਸਮਾਨ ਚੁੱਕਿਆ, ਚੁੱਕ ਕੇ ਬਾਹਰ ਵੀ ਲੈ ਕੇ ਆਇਆ, ਠੀਕ ਹੈ ਜੀ, ਬਾਹਰ ਲਿਆ ਕੇ ਤੁਹਾਡਾ ਸਮਾਨ ਉਹਨੇ ਰੱਖਿਆ, ਠੀਕ ਹੈ, ਤੁਸੀਂ ਉਹਨੂੰ ਹੁਣ ਵੀ ਕਿਹਾ ਤੁਹਾਡਾ ਵਰਕ 0 ਆ, ਹੁਣ ਵਰਕ 0 ਕਿਉਂ ਕਿਹਾ? force and displacement perpendicular. ਹੁਣ ਦੂਜੀ ਵਾਰੀ ਤੁਸੀਂ ਕੀ ਕਿਹਾ ਕਿ ਵੀ ਜਿਹੜਾ ਤੂੰ ਸਿਰ ਤੇ ਭਾਰ ਰੱਖਿਆ ਸੀ ਨਾ ਇਹ weight vertically downward लाई ਕਰਦਾ ਸੀ ਤੇ ਤੂੰ ਤੁਰਦਾ horizontal ਪਿਆ ਸੀ। ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜਾ weight ਆ ਗਿਆ ਯਾਨੀ ਫੋਰਸ ਆ ਗਈ ਤੇ ਜਿਹੜੀ ਡਿਸਪਲੇਸਮੈਂਟ ਆ ਇਹ ਇੱਕ ਦੂਜੇ ਦੇ ਪਰਪੈਂਡੀਕੂਲਰ ਹੋ ਗਏ, ਯਾਨੀ ਉਦੋਂ ਐਸ ਚ ਥੀਟਾ 90 ਬਣਿਆ। Yes sir. Yes sir. Yes sir. ਵਰਕ ਉਹਦਾ 0. 0 ਉੱਥੋਂ ਫਿਰ ਮਾਨਨ ਜਿਹੜਾ ਇਹਦਾ ਭੱਜ ਪਾਊਗਾ, ਜੇ ਇਹ ਸਾਰੇ ਕੰਮ ਕਰਨ ਵਾਲਾ ਮਾਨਨ ਹੋਵੇ ਬੰਦਾ, ਕਿਆ ਮਾਨਨ ਏਦਾਂ ਹੀ ਉੱਥੋਂ ਨਿਕਲ ਕੇ ਆ ਪਾਊਗਾ? No sir. ਕਿਉਂ? ਇਹ ਸਾਰੇ ਕੁਲੀਆਂ ਨੇ ਇਕੱਠੇ ਹੋ ਕੇ ਕੁੱਟਣਾ ਵੀ ਆ, ਹਨਾ, ਇਸ ਲਈ ਠੀਕ ਹੈ ਜੀ। ਚਲੋ ਆਪਾਂ ਗੱਲ ਨੂੰ ਛੱਡੀਏ, ਹੁਣ ਆਪਾਂ ਅੱਗੇ ਤੁਰੀਏ। ਇਹ ਮਤਲਬ ਵਰਕ 0 ਦੇ ਆਪਣੇ ਡਿਫਰੈਂਟ ਕੇਸਿਸ ਇਹ ਨੇ ਕਿ ਵੀ ਆਪਣੇ ਕੋਲ ਐਂਗਲ 90 ਬਣ ਜੇ ਤਾਂ, ਜਾਂ ਆਪਣੇ ਕੋਲ ਡਿਸਪਲੇਸਮੈਂਟ 0 ਹੋ ਜੇ, ਜਾਂ ਬੋਡੀ ਤੇ ਫੋਰਸ ਅਪਲਾਈ ਨਾ ਕਰੀ। ਇਸ ਲਈ 0 ਵਰਕ ਚ 3 ਪੋਸੀਬਿਲਿਟੀ ਤਿੰਨੇ ਬਣ ਜਾਂਦੀਆਂ, ਜਦ ਕਿ ਪੋਜ਼ਿਟਿਵ ਜਾਂ ਨੈਗੇਟਿਵ ਵਰਕ ਵੇਲੇ ਜਿਹੜਾ ਹੋਏਗਾ ਮੇਨ ਐਂਗਲ ਹੋਏਗਾ, ਠੀਕ ਹੈ, ਐਂਗਲ ਐਕਿਊਟ ਐਂਗਲ ਆ ਕਿ ਐਂਗਲ ਅਬਟਿਊਜ਼ ਐਂਗਲ ਆ, ਉਹਦੇ ਅਕੋਰਡਿੰਗਲੀ ਤੁਹਾਡਾ ਵਰਕ ਪੋਜ਼ਿਟਿਵ ਜਾਂ ਨੈਗੇਟਿਵ ਆ ਜਾਏਗਾ। क्या पॉजिटिव नेगेटिव ते 0 वर्क दी जिहड़ी एग्जांपल्स देने पे वो क्लियर आ? Yes sir. Yes sir. इन्हें कोई डाउट है तो एक बारी बोलो, जे ना क्लियर तो कंटिन्यू करिए। क्लियर है जी, करा कंटिन्यू? Yes sir. Yes sir. Yes sir. जब मैं क्यों लेके चलिए इहदे एक बारी यूनिट डिफाइन कर लो, वर्क के यूनिट अपने कोल की बनने ਤੇ ਨਾਰਮਲੀ ਜਿਹਦਾ ਆਪਾਂ ਐਸਐਚ ਫੋਰਸ ਦੇ ਯੂਨਿਟ ਡਿਫਾਈਨ ਕੀਤੇ ਸੀਗੇ, ਠੀਕ ਹੈ, ਕਿ ਫੋਰਸ ਦੇ ਦੋ ਟਾਈਪ ਦੇ ਯੂਨਿਟ ਹੈ, ਇੱਕ ਗ੍ਰੈਵਿਟੇਸ਼ਨਲ ਤੇ ਇੱਕ ਐਬਸੋਲੂਟ। ਸਿਮਿਲਰਲੀ ਆਪਾਂ ਜੇ ਇਹਦੇ ਯੂਨਿਟ ਡਿਫਾਈਨ ਕਰੀਏ ਤੇ ਵਰਕ ਦੇ ਆਪਣੇ ਕੋਲ ਯੂਨਿਟ ਜਿਹੜਾ ਆ ਜਾਊਗਾ ਇੱਕ ਐਬਸੋਲੂਟ ਯੂਨਿਟ ਆਣੇ ਔਰ ਇੱਕ ਇਹਦੇ ਜਿਹੜੇ ਮੇਰੇ ਕੋਲ ਐਸਐਚ ਗ੍ਰੈਵਿਟੇਸ਼ਨਲ ਯੂਨਿਟ ਆਣੇ, ਠੀਕ ਹੈ। ਐਬਸੋਲੂਟ ਯੂਨਿਟ ਦੋ ਵੇ ਨਾਲ ਆਪਾਂ ਡਿਫਾਈਨ ਕਰਦੇ ਨੇ, ਇੱਕ ਇਹਦਾ ਐਸਆਈ ਤੇ ਇੱਕ ਇਹਦਾ ਸੀਜੀਐਸ ਯੂਨਿਟ ਆ।
एक ਨੂੰ ਆਪਾਂ ਡਿਫਾਈਨ ਕਰਦੇ ਹਾਂ ਜਾਊਲ ਆ और सेकंड ਇਹਦਾ यूनिट आ जाएगा मेरे को अर्ग्स ਦੀ ਫਾਰਮ ਚ ਆ ਜਾਣਾ ठीक है ग्रेविटेशनल दो यूनिट आ जाने एक ਨੂੰ ਅਸੀਂ डिफाइन करते हैं किलोग्राम मीटर और सेकंड यूनिट ਇਹਦਾ आ जाएगा ग्राम सेंटीमीटर ठीक है फार्मूला सारे वास्ते इको ही आ ठीक है जी वर्क इक्वल टू एफएस cos थीटा इसे फार्मूले ਤੋਂ बस सारे ਦੇ ਸਾਰੇ यूनिट डिफाइन कर लेने वर्क 1 जूल कदों होएगा इन्हें तो डिफाइन कर लो W इक्वल टू एफएस cos थीटा ठीक है जी वर्क की वैल्यू 1 जूल कदों आ जे 1 न्यूटन की फोर्स आ ठीक है और इहदे करके 1 मीटर बॉडी की डिस्प्लेसमेंट आ वीडियो क्लियर आ रही सारे नु yes sir हो गई Yes, Yes. जब फिर देख तेरे वाले पासे होनी बच्चे प्रॉब्लम कोई इधरों तक क्लियर सो जे एस एच इथे चलिए बॉडी दे उत्ते 1 न्यूटन फोर्स बॉडी नु 1 मीटर डिस्प्लेस करे इन द डायरेक्शन ऑफ अप्लाइड फोर्स इन द डायरेक्शन ऑफ अप्लाइड फोर्स का मतलब है कि एफ ते एस बोथ शुड बी इन द सेम डायरेक्शन ठीक है यानी फिर 1 जूल मेरा जेड़ा वा वो 1 न्यूटन मीटर नु डिफाइन करेगा एक मेरे को आवर्जनी टर्म जे 1 अर्ग डिफाइन करना वो भी इथे डिफाइन कर दो ते 1 अर्ग बेटा मेरे को डिफाइन हो जाएगा फोर्स 1 न्यूटन दी थां ते 1 डाइन आ जाए ठीक है डिस्प्लेसमेंट ओदी 1 सेंटीमीटर और एंगल स्टिल ओदा cos 0 दी कंडीशन बनांदा हो यानी 1 अर्ग दी वैल्यू ਤੁਹਾਡੇ ਕੋਲ 1 डाइन सेंटीमीटर बन जाएगी क्या आ वैल्यू क्लियर है yes sir. ये सिर्फ सौखे सौखे Yes, sir. जल्दी मुकन वाला काम हैगा ਤੇ ਜੇ ਜਾਊਲ ਤੋਂ ਆਪਾਂ ਅੱਗੇ ਇਹਨੂੰ ਐਸਐਚ ਅਰਗ ਨਾਲ ਰਿਲੇਟ ਕਰਨਾ ਤੇ 1 ਨਿਊਟਨ ਦੀ ਥਾਂ ਤੇ ਡਾਈਨ ਤੇ ਮੀਟਰ ਦੀ ਥਾਂ ਤੇ ਸੈਂਟੀਮੀਟਰ ਇਨਵੋਲਵ ਕਰ ਲਓ फिर अपनी इथे वैल्यू बननी सी 10 रेज़ टू पावर 5 डाइन इनटू 100 सेंटीमीटर यानी अपनी वैल्यू बन जाएगी 10 रेज़ टू पावर 7 डाइन सेंटीमीटर ते डाइन सेंटीमीटर नु सी 1 अर्ग लिख लेने ते देयरफॉर अपनी इथे कन्वर्जन ये बन जाएगी 1 जूल इक्वल टू 10 रेज़ टू पावर 7 अर्ग आ ਇਹਦਾ ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਆ ਗਿਆ क्या ਇੰਨੀ ਗੱਲ ਸਮਝ ਲੱਗੀ Yes sir. Yes, sir. ਤੁਹਾਡੇ ਇਸ ਵਾਸਤੇ ਚਾਹੀਦੇ पेपर ਦੇ ਅੰਦਰ 1 ਜੂਲ ਦੀ ਡੈਫੀਨੇਸ਼ਨ ਕਿਸੇ ਨੇ ਨਹੀਂ ਪੁੱਛਣੀ ठीक है पर क्योंकि यूनिट पता होने चाहिए बेटा इस करके ਆਪਾਂ ਸਾਰੇ यूनिट ਇੱਕ ਵਾਰੀ ਉਹਦੇ ਐਕਸਪਲੇਨ ਵੀ ਕਰਦੇ ਪਏ ठीक है ਇਹਦੇ ਜੇ ਇਥੋਂ ਚਲੀਏ ਜੇ ਆਪਾਂ ਇਸ ਟਰਮ ਤੋਂ ਚਲੀਏ 1 ਕਿਲੋਗ੍ਰਾਮ ਮੀਟਰ ਤੇ ਇਹਦੇ ਅੰਦਰ ਵੀ ਇਥੋਂ ਵਰਡ ਲੈ ਲਾਂਗੇ ਕਿ ਵਰਕ ਦੀ ਵੈਲਿਊ 1 ਕਿਲੋਗ੍ਰਾਮ ਮੀਟਰ ਹੋਏਗੀ ਜੇ ਬਾਡੀ ਤੇ ਫੋਰਸ ਜਿਹੜੀ ਆ ਉਹ ਮੇਰੀ 1 ਕਿਲੋਗ੍ਰਾਮ ਫੋਰਸ ਲੱਗੇ और बॉडी दी डिस्प्लेसमेंट 1 मीटर ते एंगल मेरा cos 0 ना बनदा होवे ठीक है यानी आ मेरे को ऐसा च किलोग्राम मीटर दी वैल्यू डिफाइन करेगी ते पुੱਤ जे किलोग्राम फोर्स नु न्यूटन च चेंज कर दईए ते फिर अपना किलोग्राम मीटर दा ਉਹਦੇ ਨਾਲ ਵੀ ਰਿਲੇਸ਼ਨ ਆ ਗਈ यानी ਇੱਥੇ ਕੀ ਕਰੋ 1 किलोग्राम फोर्स कितने न्यूटन ਦੇ ਬਰਾਬਰ ਜੀ 9.8 9.8 न्यूटन 9.8. न्यूटन मीटर cos 0 ਤੇ 1 ਹੀ ਆ ਗਿਆ ਤੇ 1 न्यूटन मीटर ਨੂੰ ਜਾਊਲ ਵੀ ਕਹਿੰਦੇ ਆ ਇਹਦਾ ਮਤਲਬ ਇਥੋਂ ਆਪਣੀ ਕਨਵਰਜਨ ਇਹ ਆ ਜਾਏਗੀ 1 ਕਿਲੋਗ੍ਰਾਮ ਮੀਟਰ ਇਕੁਅਲ ਟੂ 9.8 ਜਾਊਲ यानी आ आपस में रिलेशन आ जाए क्लियर है Yes. yes sir. Yes, sir. इधर ही ग्राम सेंटीमीटर भी डिफाइन कर सकते ओदा डाइन दे नाल रिलेशन आ जाएगा सॉरी अर्ग दे नाल रिलेशन आ जाऊ हो जू ये चीज yes sir Yes sir. Sir, आ वाला नहीं समझ आ केड़े वाला जी बोलो किलोग्राम वाला ताकि आप सिर्फ ये दसिया 1 किलोग्राम मीटर मेरा जेड़ा वा 1 किलोग्राम मीटर मेरा 9.8 न्यूटन मीटर ਦੇ ਬਰਾਬਰ ਬਣਿਆ ਤੇ ਇੱਥੇ ਅਸੀਂ ਦੱਸਿਆ ਸੀ 1 ਨਿਊਟਨ ਮੀਟਰ ਹੋਵੇ ਤਾਂ ਉਹਨੂੰ 1 ਜਾਊਲ ਕਹਿੰਦੇ ਤੇ ਇਹਦਾ ਮੈਂ 9.8 ਨਿਊਟਨ ਮੀਟਰ ਨੂੰ 9.8 ਜਾਊਲ ਕਹੂੰਗਾ ओके सर ये मतलब 1 किलोग्राम मीटर मेरा 9.8 जूल के बराबर आ जाए क्लियर है यस सर यस सर डेफिनेशन देना पे जे ग्राम सेंटीमीटर डिफाइन करना ते 1 ग्राम सेंटीमीटर वास्ते जेड़ा वा अपने को इथे की डिफाइन कर दी जे 1 ग्राम सेंटीमीटर डिफाइन करना ते फोर्स आ जाए 1 ग्राम फोर्स जिते 1 किलोग्राम फोर्स सी ओदी थां ते 1 ग्राम फोर्स आ जाए डिस्प्लेसमेंट 1 सेंटीमीटर आ जाए एंगल cos 0 आ जाए ठीक है ते इथों आपां जे एसएच 1 ग्राम फोर्स दे डाइन लिखने आ
ਕੋਈ ਦੱਸੇਗਾ 1 ਗ੍ਰਾਮ ਫੋਰਸ ਕਿੰਨੇ ਟਾਈਮ ਦੇ ਬਰਾਬਰ ਸੀ? 980. 980 ਇਹਦੀ ਥਾਂ ਤੇ ਆ ਜਾਏਗਾ 980 ਡਾइन ਇਨਟੂ ਸੈਂਟੀਮੀਟਰ। ਤੇ ਡਾइन ਸੈਂਟੀਮੀਟਰ ਅਸੀਂ ਇੱਥੇ ਡਿਫਾਈਨ ਕੀਤਾ ਵਾ ਕਿ ਵੀ ਡਾइन ਸੈਂਟੀਮੀਟਰ ਹੋਵੇ ਤੇ 1 ਡਾइन ਸੈਂਟੀਮੀਟਰ ਨੂੰ 1 ਅਰਗ ਲਿਖਦੇ ਹਾਂ। ਇਹਦਾ ਮਤਲਬ ਫਿਰ ਇਹਨੂੰ ਜੇ ਆਪਾਂ ਇੱਥੇ ਡਿਫਾਈਨ ਕਰ ਦਈਏ ਤੇ ਆਪਣੀ ਵੈਲਿਊ 980 ਅਰਗ ਦੇ ਬਰਾਬਰ ਆ ਜਾਓ। ਇੱਥੇ ਬੇਸ਼ੱਕ ਡਿਫਾਈਨ ਕਰ ਲਓ ਕਿ 1 ਗ੍ਰਾਮ ਸੈਂਟੀਮੀਟਰ ਦੀ ਵੈਲਿਊ 980 ਅਰਗ ਦੇ ਬਰਾਬਰ ਆ। क्या आ कन्वर्जन क्लियर है? Yes, sir. Yes, sir. Yes, sir. Yes, sir. ਉਹਦੇ ਐਬਸੋਲੂਟ ਯੂਨਿਟ ਵੀ ਤੇ ਉਹਦੇ ਗ੍ਰੈਵਿਟੇਸ਼ਨਲ ਯੂਨਿਟ ਵੀ। ਫਿਰ ਐਬਸੋਲੂਟ ਯੂਨਿਟ ਦੇ ਅੰਦਰ ਐਸਆਈ ਯੂਨਿਟ ਤੇ ਗ੍ਰੈਵਿਟੇਸ਼ਨਲ ਦਾ ਜਿਹੜਾ ਕਿਲੋਗ੍ਰਾਮ ਮੀਟਰ ਇਹ ਆਪਸ ਵਿੱਚ ਲਿੰਕ ਹੋ ਗਏ। ਇਹਦਾ ਸੀਜੀਐਸ ਤੇ ਉਧਰੋਂ ਕਹਿੰਦਾ ਜੀ ਉਹਦਾ ਸੀਜੀਐਸ ਜਿਹੜਾ ਇਹ ਆਪਸ ਲਿੰਕ ਹੋ ਗਏ। क्या यूनिट सारे क्लियर आ? Yes, sir. Yes, sir. Yes, sir. ਇੱਥੇ ਰੋਕ ਰਿਹਾ। ਕੱਲ ਪਹਿਲੋਂ ਆਪਾਂ ਨੂਮੈਰੀਕਲ ਦੇ ਡਾਊਟਸ ਨਹੀਂ ਲਵਾਂਗੇ। ਕੱਲ ਪਹਿਲੋਂ ਜਿਹੜਾ ਕਰਾਂਗੇ ਕੰਮ ਆਪਾਂ ਉਹ ਐਸਐਚਐਸ